BBC TV देख रहे सारे दर्शकों ਨੂੰ ਮੇਰੇ यानी ਸਮਰੀਤ ਬਾਜਵਾ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਕਹਿੰਦੇ ਨੇ ਟੀਚਿੰਗ ਇੱਕ ਅਜਿਹਾ ਪ੍ਰੋਫੈਸ਼ਨ ਹੈ ਜਿਸ ਤੋਂ ਬਾਕੀ ਸਾਰੇ ਪ੍ਰੋਫੈਸ਼ਨ ਨਿਕਲਦੇ ਨੇ। ਇਸੇ ਲਈ ਅੱਜ ਖਾਲਸਾ ਕਾਲਜ ਆਫ ਐਜੂਕੇਸ਼ਨ GT ਰੋਡ ਵੱਲੋਂ ਇੱਕ ਸੈਮੀਨਾਰ ਕਮ ਵਰਕਸ਼ਾਪ ਆਰਗੇਨਾਈਜ਼ ਕਰਵਾਈ ਜਾ ਰਹੀ ਹੈ। ਤੁਹਾਨੂੰ ਦੱਸ ਦਿੰਨੀ ਹੈ ਕਿ ਜਗਤ ਪੰਜਾਬੀ ਸਭਾ ਦੀ ਇਸ ਦੇ ਨਾਲ ਕੋਲੈਬੋਰੇਸ਼ਨ ਆ। ਸੋ ਆਓ ਚੱਲਦੇ ਹਾਂ ਇਸ ਵਰਕਸ਼ਾਪ ਦੇ ਵਿੱਚ ਤੇ ਸੁਣਦੇ ਹਾਂ ਸਾਡੇ ਮੁੱਖ ਮਹਿਮਾਨਾਂ ਦੇ ਵਿਚਾਰ। ਸੋ ਮੈਂ ਗੁਜ਼ਾਰਿਸ਼ ਕਰਦੀ ਹਾਂ ਸਾਡੇ ਬਹੁਤ ਹੀ ਸੂਝਵਾਨ ਅਤੇ ਮਿਹਨਤੀ ਪ੍ਰਿੰਸੀਪਲ ਡਾਕਟਰ ਹਰਪ੍ਰੀਤ ਕੌਰ ਜੀ ਨੂੰ ਕਿ ਉਹ ਆ ਕੇ ਅੱਜ ਦੇ ਮਹਿਮਾਨਾਂ ਦਾ ਰਸਮੀ ਸਵਾਗਤ ਕਰਨ। ਮੈਂ ਅੱਜ ਦੇ ਮਹਿਮਾਨ ਸਰਦਾਰ ਅਜੈਬ ਸਿੰਘ ਜੀ ਚੱਠਾ ਜੋ ਕਿ ਚੇਅਰਮੈਨ ਨੇ ਜਗਤ ਪੰਜਾਬੀ ਸਭਾ ਦੇ ਔਰ ਬ੍ਰੈਂਪਟਨ ਤੋਂ ਉਹ ਸਪੈਸ਼ਲੀ ਜਿਹੜਾ ਹੈ ਸਾਡੇ ਕਾਲਜ ਦੇ ਵਿੱਚ ਉਹਨਾਂ ਨੇ ਅੱਜ ਵਿੜੇ ਵਿੱਚ ਆਏ ਹਨ। ਮੈਂ ਉਹਨਾਂ ਦਾ ਤਹਿ ਦਿਲ ਤੋਂ ਸਵਾਗਤ ਕਰਦੀ ਹਾਂ ਔਰ ਉਹਨਾਂ ਦੇ ਨਾਲ ਆਏ ਮੈਡਮ ਸਤਿੰਦਰਜੀਤ ਇਹਨਾਂ ਦਾ ਵੀ ਆਪਣੇ ਵਿੜੇ ਵਿੱਚ ਆਉਣ ਤੇ ਸਵਾਗਤ ਕਰਦੀ ਹਾਂ। ਜੇ ਤੁਹਾਡੇ 'ਚ ਕੋਈ ਡੈਫੀਨੇਸ਼ਨ ਲਿਖ ਦੂਗਾ ਅਸੀਂ ਉਹਦੀ ਡੈਫੀਨੇਸ਼ਨ ਪਾਵਾਂਗੇ। ਮੈਂ ਆਪਣੀ ਡੈਫੀਨੇਸ਼ਨ ਤੁਹਾਨੂੰ ਦੱਸ ਦਿੰਦਾ ਹੈਗਾ ਤੇ ਤੁਸੀਂ ਆਪਣੀ ਡੈਫੀਨੇਸ਼ਨ ਬਣਾ ਕੇ ਮੈਨੂੰ ਜ਼ਰੂਰ ਪਲੀਜ਼ ਦੱਸ ਦਿਓ। ਨੈਤਿਕਤਾ ਉਹ ਸਦਾਚਾਰਕ ਨਿਯਮਾਂ ਦਾ ਸਮੂਹ ਆ ਜਿਹਨੂੰ ਕੋਈ ਕਾਨੂੰਨੀ ਮਾਨਤਾ ਨਹੀਂ। ਬਹੁਤ ਹੀ ਸਤਿਕਾਰਯੋਗ ਕੈਨੇਡਾ ਤੋਂ ਆਏ ਸਰ ਅਜੈਬ ਸਿੰਘ ਜੀ ਚੱਠਾ ਸਾਹਿਬ, मेरा छोटा वीर और कौमी कौंसिल के मैंबर राजेंद्र सिंह जी छीना, इस कॉलेज के प्रिंसीपल डॉक्टर हरप्रीत कौर, इतों की फैकल्टी, प्यारे बच्चों, वाहिगुरू जी का खालसा वाहिगुरू जी की फतेह। अपनी माँ बोली की सेवा करना कोई भी माँ बोली हो वो बहुत बड़ी गल है। मैं तो अपने तो बाद सिर झुकाना ਚੱਠਾ ਸਾਹਿਬ ਜਿਹੜੇ ਲੋਕ ਪੰਜਾਬ ਰਹਿੰਦੇ ਪੰਜਾਬ ਦੇ ਵਿੱਚ ਸਾਡੇ ਪਾਕਿਸਤਾਨ ਦੇ ਵਿੱਚ ਜਿਹੜੇ ਲੋਕ ਪੰਜਾਬ ਦੇ ਵਿੱਚ ਮਾਂ ਬੋਲੀ ਦੀ ਸੇਵਾ ਕਰ ਰਹੇ ਆ। ਮੈਂ ਉੱਥੇ ਗਿਆ ਪਾਕਿਸਤਾਨ ਮੈਨੂੰ ਇਹ ਲੱਗਦਾ ਕਿ ਜਿਹੜਾ ਸਹੀ ਪੰਜਾਬੀ ਉਹ ਬੋਲਦੇ ਸਾਡੇ ਨਾਲ। ਸਾਡੀ ਪੰਜਾਬੀ ਦੇ ਵਿੱਚ ਮਿਕਸਚਰ ਆ ਚੁੱਕਿਆ। ਸਾਡੀ ਪੰਜਾਬੀ 'ਚ ਲੋਕਾਂ ਨੂੰ ਆਦਤ ਪੈ ਗਈ ਪੜ੍ਹੇ ਲਿਖੇ ਲੋਕਾਂ ਨੂੰ ਹਿੰਦੀ ਦੇ ਵਰਡ ਵੀ ਬੋਲਣ ਦੀ, ਇੰਗਲਿਸ਼ ਦੇ ਵਰਡ ਵੀ ਬੋਲਣ ਦੀ ਔਰ ਸਾਡੇ ਲੋਕ ਮਿਕਸ ਪੰਜਾਬੀ ਬੋਲਣ ਲੱਗ ਗਏ। ਸੋ ਮੇਰਾ ਮਤਲਬ ਕਹਿੰਦਾ ਹੈ ਕਿ ਅੱਜ ਵਿਦਵਾਨ ਜਿਹੜੇ ਪੰਜਾਬੀ ਦੇ ਉਹ ਵੀ ਜਦੋਂ ਲੈਕਚਰ ਦਿੰਦੇ ਆ, ਪੜ੍ਹੇ ਲਿਖੇ ਜਿਨ੍ਹਾਂ ਨੇ PhD ਕੀਤੀ ਹੈ ਉਹ ਵੀ ਮਿਕਸ ਪੰਜਾਬੀ ਬੋਲਦੇ ਆ। ਸੋ ਇਹ ਮੇਰਾ ਇਹ ਸੋਚਣਾ ਕਿ ਜਿਹੜੀ ਲੈਂਗੁਏਜ ਬੋਲੋ ਉਸ ਲੈਂਗੁਏਜ ਨੂੰ ਪੂਰੇ ਤਰੀਕੇ ਨਾਲ ਸ਼ੁੱਧ ਬੋਲੋ ਔਰ ਉਹਦਾ ਐਕਸੈਂਟ ਉਹਦਾ ਪ੍ਰੋਨਾਂਸੀਏਸ਼ਨ ਉਹਦਾ ਸ਼ੁੱਧ ਹੋਣਾ ਚਾਹੀਦਾ। ਸੋ ਇਹ ਸੇਵਾ ਹੈ ਪੰਜਾਬੀ ਮਾਂ ਬੋਲੀ ਦੀ। ਰਹਿੰਦੇ ਪੰਜਾਬ ਵਿੱਚ ਉਹਨਾਂ ਦੇ ਕੋਲ ਗੁਰਮੁਖੀ ਲਿਪੀ ਨਹੀਂ ਹੈ, ਸ਼ਾਹਮੁਖੀ ਹੈ ਔਰ ਸ਼ਾਹਮੁਖੀ ਵਿੱਚ ਹੀ ਉਹ ਪੰਜਾਬੀ ਨੂੰ ਲਿਖਦੇ ਆ ਔਰ ਬੋਲਦੇ ਆ। ਲੇਕਿਨ ਉਹ ਬਹੁਤ ਅੱਛੀ ਪੰਜਾਬੀ ਬੋਲਦੇ ਜਿਹੜੀ ਪੰਜਾਬੀ ਸਾਡੇ ਕੋਲ ਲੁਪਤ ਹੁੰਦੀ ਜਾ ਰਹੀ ਹੈ। ਸਾਡੇ ਹੁਣ ਬਹੁਤ ਸਾਰੇ ਐਸੇ ਵਰਡ ਮੈਂ ਬੋਲ ਸਕਦਾ। ਅੱਜ ਕੱਲ੍ਹ ਕਈ ਲੋਕ WhatsApp 'ਤੇ ਵੀ ਭੇਜਦੇ ਆ ਕਿ ਜਿਹੜੇ ਅਸਲੀ ਪੰਜਾਬੀ ਦੇ ਲਫ਼ਜ਼ ਸਾਡੇ ਕੋਲ ਲੁਪਤ ਹੋ ਚੁੱਕੇ ਆ, ਅਸੀਂ ਗਵਾ ਲਏ ਔਰ ਉਹ ਚੁੱਕੇ ਸਾਡੀ ਬੋਲੀ ਜਿਹੜੀ ਆ ਮਿਕਸ ਹੋ ਗਈ ਹੈ। ਆਪਣੀ ਮਾਂ ਬੋਲੀ ਨੂੰ ਸਾਂਭ ਕੇ ਰੱਖਣਾ, ਆਪਣੀ ਮਾਂ ਬੋਲੀ ਨੂੰ ਆਪਣੇ ਖਾਨਦਾਨ ਦੇ ਵਿੱਚ ਆਪਣੇ ਛੋਟੇ ਬੱਚਿਆਂ ਦੇ ਵਿੱਚ ਉਹਨੂੰ ਸਮਝਾਉਣਾ ਲਿਖਾਉਣਾ। ਮੈਨੂੰ ਦੁੱਖ ਹੁੰਦਾ ਹੈ ਕਿ ਬਾਹਰ ਦੇ ਲੋਕ ਤੇ ਰਹਿਣ ਵਾਲੇ ਚਲੋ ਉੱਥੋਂ ਉਹਨਾਂ ਦੇ ਬੱਚੇ ਬਥੇਰੇ ਉਹ ਪੰਜਾਬੀ ਕਈ ਘਰ 'ਚ ਬੋਲਦੇ ਆ ਲੇਕਿਨ ਸਕੂਲ ਜਾ ਕੇ ਬੱਚੇ ਇੰਗਲਿਸ਼ ਬੋਲਣ ਲੱਗ ਜਾਂਦੇ ਨੇ। ਅੰਮ੍ਰਿਤਸਰ 'ਚ ਰਹਿਣ ਵਾਲੇ ਲੋਕ ਸਿੱਖ ਲੋਕ ਆਪਣੇ ਬੱਚਿਆਂ ਨੂੰ ਹਿੰਦੀ ਵਿੱਚ ਬੋਲ ਰਹੇ ਔਰ ਕਈਆਂ ਨੂੰ ਇਹ ਸਮਝਦੇ ਕਿ ਇੰਗਲਿਸ਼ ਨਾ ਬੋਲੀਏ ਤੇ ਹਿੰਦੀ ਬੋਲਿਆ ਸ਼ਾਇਦ ਕੋਈ ਫੋਰਨ ਲੈਂਗੁਏਜ ਬੋਲ ਰਹੇ ਔਰ ਉਹ ਲੋਕ ਜੇ ਦੁਕਾਨ 'ਤੇ ਜਾਂਦੇ ਹਿੰਦੀ 'ਚ ਗੱਲ ਕਰਦੇ ਆ। ਸੋ ਮੈਨੂੰ ਦੁੱਖ ਹੁੰਦਾ ਕਿ ਜੇ ਸਾਡੇ ਪੰਜਾਬੀ ਲੋਕ ਵੀ ਪੰਜਾਬੀ ਨਾ ਬੋਲਣ ਕਿਉਂਕਿ ਸਭ ਤੋਂ ਪਹਿਲਾਂ ਤੁਹਾਡੀ ਮਾਂ ਬੋਲੀ ਹੈ, ਫਿਰ ਸਾਡੀ ਨੈਸ਼ਨਲ ਲੈਂਗੁਏਜ ਆਫ ਕੋਰਸ ਹਿੰਦੀ ਹੈ, ਫਿਰ ਇੰਟਰਨੈਸ਼ਨਲ ਲੈਂਗੁਏਜ ਆਫ ਕੋਰਸ ਇੰਗਲਿਸ਼ ਹੈ। ਤਿੰਨੇ ਲੈਂਗੁਏਜ ਹੋਣੀਆਂ ਚਾਹੀਦੀਆਂ ਨੇ, ਤਿੰਨਾਂ ਲੈਂਗੁਏਜ ਮੁਹਾਰਤ ਹੋਣੀ ਚਾਹੀਦੀ ਹੈ। ਲੇਕਿਨ ਜਦੋਂ ਪੰਜਾਬੀ ਨਾਲ ਗੱਲ ਕਰ ਰਿਹਾ ਤਾਂ ਉਹਨੂੰ ਪੰਜਾਬੀ ਬੋਲਦੇ ਰਿਹਾ ਫਖਰ ਮਹਿਸੂਸ ਹੋਣਾ ਚਾਹੀਦਾ। ਡਾਕਟਰ ਦਵਿੰਦਰ ਸਿੰਘ ਜੀ ਛੀਨਾ ਪੰਜਾਬੀ ਮਾਂ ਬੋਲੀ ਅਤੇ ਸਾਹਿਤ ਨਾਲ ਜੁੜੇ ਹੋਏ ਹਨ। ਅੱਜ ਦੇ ਬੱਚਿਆਂ ਨੂੰ ਦੱਸਣ ਦੀ ਲੋੜ ਹੈ ਜਿਹੜੀ ਚੀਜ਼ਾਂ ਵੀ ਆਪਣੀ ਕੰਟਰੀ ਦੀ, ਸਟੇਟ ਦੀ, ਰਿਲੀਜਨ ਦੀ, ਕਮਿਊਨਿਟੀ ਦੀ ਹਿਸਟਰੀ ਉਹਨਾਂ ਨੂੰ ਦੱਸਣ ਦੀ ਲੋੜ ਹੈ। ਉਹਨਾਂ ਨੂੰ ਕਲਚਰ ਦੱਸਣ ਦੀ ਲੋੜ ਹੈ। ਉਹਨਾਂ ਨੂੰ ਆਪਦੀਆਂ ਗ੍ਰਾਸ ਰੂਟ ਜੜ੍ਹਾਂ ਨਾਲ, ਪੰਜਾਬੀ ਵਿਰਾਸਤ ਦੀਆਂ ਜੜ੍ਹਾਂ ਨਾਲ, ਸਿੱਖ ਵਿਰਾਸਤ ਦੀਆਂ ਜੜ੍ਹਾਂ ਨਾਲ ਜੋੜਨ ਦੀ ਲੋੜ ਹੈ। ਉੱਥੇ ਅਸੀਂ ਸਾਰੇ ਲੈਕ ਵੀ ਕਰ ਰਹੇ ਹਾਂ ਪਰ ਅਸੀਂ ਵੀ ਟਰਾਈਂਗ ਟੂ ਕਮ ਅਪ ਟੂ ਦ ਐਕਸਪੈਕਟੇਸ਼ਨ ਕਿ ਅਸੀਂ ਕੁਛ ਹਿੰਮਤ ਮਾਰੀਏ ਰਲ ਕੇ। ਸਾਡੇ ਕੋਲ ਬਹੁਤ ਸਾਰੇ ਡਾਕਟਰਸ ਪ੍ਰੋਫੈਸਰਸ ਇੱਥੇ ਹੈਗੇ ਨੇ ਇਹਨਾਂ ਅਦਾਰਿਆਂ ਵਿੱਚ ਔਰ ਉਹਨਾਂ ਦੀ ਸਾਰਿਆਂ ਦੀ ਬੜੀ ਵੱਡੀ ਰਿਸਰਚ ਹੈ। ਬੱਚਿਆਂ ਨੂੰ ਜੇ ਪੜ੍ਹਾਉਣਾ, ਬੱਚਿਆਂ ਨੂੰ ਉਸ ਸਮੇਂ ਦੇ ਹਾਣੀ ਬਣਾਉਣਾ ਤੇ ਸਮਾਜ ਦੇ ਲਈ ਆਪਾਂ ਕਲਚਰ ਆਫ ਪੀਸ ਦੀ ਗੱਲ ਕਰਨੀ ਹੈ, ਭਾਈਚਾਰਕ ਸਾਂਝ ਦੀ ਗੱਲ ਕਰਨੀ ਹੈ, ਕਮਿਊਨਿਟੀ ਡਿਵੈਲਪਮੈਂਟ ਦੀ ਗੱਲ ਕਰਨੀ ਹੈ, ਉਹ ਵੀ ਟੀਚਰ ਨੇ ਕਰਨੀ।
SMC ਮੈਂਬਰਸ ਰਾਹੀਂ ਕਰਨੀ ਹੈ, ਬੱਚਿਆਂ ਦੇ ਪੈਰੈਂਟਸ ਰਾਹੀਂ ਕਰਨੀ ਹੈ, ਨੈਟਵਰਕਿੰਗ ਬਣਾ ਕੇ ਕਰਨੀ ਹੈ। ਕਿੱਦਾਂ ਦੀ ਨੈਟਵਰਕਿੰਗ ਦੀ ਲੋੜ ਹੈ, ਟੀਚਰਸ ਦੀ ਅੱਡ ਨੈਟਵਰਕਿੰਗ ਹੋਣੀ ਚਾਹੀਦੀ ਹੈ, ਚਾਹੇ ਉਹ ਰਿਸਰਚ ਐਂਗਲ ਤੇ ਹੈ, ਚਾਹੇ ਸਸਟੇਨੇਬਲ ਡਿਵੈਲਪਮੈਂਟ ਤੇ ਹੈ। ਇੱਕ ਪੁਆਇੰਟ ਪੈਡਾਗੋਜੀਕਲ ਟੈਕਨੀਕਸ, ਜਿੰਨੀਆਂ ਪੈਡਾਗੋਜੀਕਲ ਟੈਕਨੀਕਸ ਦੀ ਟੀਚਰ ਆਪਦੀ ਟ੍ਰੇਨ ਹੋ ਜਾਏਗਾ ਪੈਡਾਗੋਜੀਕਲ ਟੈਕਨੀਕਸ ਦੇ ਵਿੱਚ, ਓਨਾ ਹੀ ਵਧੀਆ ਕਲਾਸਰੂਮ ਟੀਚਿੰਗ ਹੋ ਜਾਏਗੀ, ਓਨੀ ਵਧੀਆ ਤੁਹਾਡੀ ਪ੍ਰੈਜੈਂਟੇਸ਼ਨ ਹੋ ਜਾਏਗੀ। ਸਾਡੇ ਗਵਰਨਮੈਂਟ ਸਕੂਲ ਸਮਾਰਟ ਸਕੂਲ ਬਣ ਚੁੱਕਿਆ 9000 ਤੋਂ ਵੱਧ, ਔਰ ਉਹਦੇ ਵਿੱਚ ਹਰ ਸਕੂਲ 'ਚ 5 ਤੋਂ ਲੈ ਕੇ 7-7 8-8 ਕਮਰੇ ਸਮਾਰਟ ਕਲਾਸਰੂਮ ਦੇ ਨੇ, ਜਿਹਦੇ ਵਿੱਚ ਪ੍ਰੋਜੈਕਟਰ ਲੱਗਿਆ, ਸਾਰਾ ਇਕਵਿਪਮੈਂਟ ਲੱਗਿਆ। ਪੈਡਾਗੋਜੀਕਲ ਟੈਕਨੀਕਸ ਰਾਹੀਂ ਟੀਚਰ ਟ੍ਰੇਨਿੰਗ ਦੇਣੀ ਸ਼ੁਰੂ ਕਰਤੀ, ਪੜ੍ਹਾਉਣਾ ਸ਼ੁਰੂ ਕਰਤਾ, ਵਿਦਿਆਰਥੀਆਂ ਨੂੰ ਪ੍ਰੈਜੈਂਟੇਸ਼ਨ ਦੇਣੀ ਸ਼ੁਰੂ ਕਰਤੀ। ਸਰ, ਪੰਜਾਬੀ ਮਾਂ ਬੋਲੀ ਸਪਤਾਹ ਚੱਲ ਰਿਹਾ, ਸੋ ਇਹਦੇ ਬਾਰੇ ਤੁਸੀਂ ਦਰਸ਼ਕਾਂ ਨੂੰ ਕੁਝ ਕਹਿਣਾ ਚਾਹੋਗੇ? ਬਿਲਕੁਲ ਜੀ, ਪੰਜਾਬ ਸਰਕਾਰ ਵੱਲੋਂ ਪਹਿਲਾ ਹਫ਼ਤਾ ਮਨਾਇਆ ਜਾਂਦਾ ਸੀਗਾ, ਹੁਣ ਮਹੀਨਾ ਮਨਾਇਆ ਜਾ ਰਿਹਾ ਹੈਗਾ। ਬਹੁਤ ਖੁਸ਼ੀ ਦੀ ਗੱਲ ਆ, ਪਰ ਇਹ ਚਾਹੀਦਾ ਲੋੜ ਹੈਗੀ ਆ ਵੀ ਤੁਸੀਂ ਪੜ੍ਹਨਾ ਕੀ ਆ ਤੇ ਪੜ੍ਹਾਉਣਾ ਕੀ ਹੈਗਾ। ਇਹ ਨਾਅਰੇ ਲਾਉਣ ਦੇ ਨਾਲ, ਵੱਡੇ ਵੱਡੇ ਸਮਾਗਮ ਕਰਨ ਦੇ ਨਾਲ ਮੈਨੂੰ ਐਂ ਲੱਗਦਾ ਹੁੰਦਾ ਜਿੱਦਾਂ ਅਸੀਂ ਪਟਾਕੇ ਚਲਾਉਂਦੇ ਆ, ਪਟਾਕੇ ਚੱਲਣ ਤੋਂ ਬਾਅਦ ਕੁਛ ਨਹੀਂ ਲੱਭਣਾ। ਸਾਨੂੰ ਇਹਦੀ ਸ਼ੁਰੂਆਤ ਇਹ ਕਰਨੀ ਚਾਹੀਦੀ ਆ ਵੀ ਹਰੇਕ ਪੰਜਾਬੀ ਨੂੰ 35 ਅੱਖਰ ਸਿਖਾ ਲਈਏ, 10 ਗੁਰੂ ਸਾਹਿਬਾਨ ਦੇ ਨਾਂ ਸਿਖਾ ਲਈਏ। ਜੇ ਉਹੀ ਆ 1 ਨਵੰਬਰ ਮਹੀਨੇ ਦੇ ਵਿੱਚ ਅਸੀਂ ਇਹ ਮੁਹਿੰਮ ਸ਼ੁਰੂ ਕੀਤੀ ਹੁੰਦੀ ਵੀ ਹਰੇਕ ਪੰਜਾਬੀ ਨੂੰ ਅਸੀਂ 35 ਅੱਖਰ ਸਿਖਾ ਦੇਣੇ ਆ, ਜਿਹੜਾ ਕਿ ਜਮਾਂ ਹੀ ਸੌਖਾ ਕੰਮ ਹੈਗਾ। ਸਿਰਫ 2 ਘੰਟੇ ਤੁਹਾਡੇ ਜ਼ਿੰਦਗੀ ਦੇ ਚਾਹੀਦੇ ਹੈਗੇ ਆ, ਤੁਸੀਂ 35 ਅੱਖਰ ਵੀ ਸਿੱਖ ਸਕਦੇ ਹੋ, 10 ਗੁਰੂ ਸਾਹਿਬਾਨ ਦੇ ਨਾਂ ਵੀ ਸਿੱਖ ਸਕਦੇ ਹੋ। ਮੇਰਾ ਕਹਿਣ ਦਾ ਮਤਲਬ ਸਿਰਫ ਇਹ, ਜਿਹੜਾ 35 ਅੱਖਰ ਸਿੱਖ ਗਿਆ ਉਹਨੇ ਹੋਰ ਵੀ ਕੁਝ ਸਿੱਖ ਜਾਣਾ, ਜਿਹੜਾ 10 ਗੁਰੂ ਸਾਹਿਬਾਨ ਦੇ ਨਾਂ ਸਿੱਖ ਗਿਆ ਉਹਨੇ ਕੁਝ ਹੋਰ ਵੀ ਸਿੱਖ ਜਾਣਾ ਹੈਗਾ ਵਾ। ਇਸ ਕਰਕੇ ਜੇ ਅਸੀਂ ਸ਼ੁਰੂਆਤ ਇਹ ਕਰ ਲਈਏ, ਜਿਵੇਂ ਕਹਿੰਦੇ ਪੰਜਾਬੀ 50 ਸਾਲਾਂ 'ਚ ਖਤਮ ਹੋ ਜਾਣੀ ਆ, ਜੇ ਮੈਂ ਕਹਾਂ ਜੇ 50% ਨੂੰ ਅੱਜ ਹੀ ਇਹ ਪੰਜਾਬੀ ਦੇ ਅੱਖਰ ਨਹੀਂ ਆਉਂਦੇ ਤੇ 50% ਤਾਂ ਹੁਣੇ ਖਤਮ ਹੋਈ ਆ। ਪਰ ਇਹ ਸਿਰਫ 2 ਘੰਟੇ ਜ਼ਿੰਦਗੀ ਦੇ ਆਪਦੇ ਲਾ ਕੇ ਸੰਸਥਾਵਾਂ ਨੂੰ, ਜਿਹੜੇ ਵੀ ਵਲੰਟੀਅਰ ਕੰਮ ਕਰ ਰਹੇ ਹੈਗੇ ਆ, ਮੈਂ ਤਾਂ ਇਹ ਚਾਹੁੰਦਾ ਵੀ ਜਿਹੜਾ ਬੰਦਾ ਲੈਕਚਰ ਦੇਣ ਆਉਂਦਾ ਨਾ, ਜਿਹੜਾ ਇੱਕ ਨਾਅਰਾ ਲਾਉਣ ਆਉਂਦਾ ਹੈਗਾ ਪੰਜਾਬੀ ਨੂੰ ਬਚਾਓ, ਉਹਨੂੰ ਕਹੋ ਤੂੰ ਪਹਿਲਾਂ 35 ਅੱਖਰ ਸੁਣਾ ਦੇ। ਜੇ ਅਸੀਂ ਇੱਕ ਨਿੱਕਾ ਜਿਹਾ ਕੰਮ ਕਰ ਲਈਏ, ਸਿਰਫ ਮੈਡਮ ਮੈਂ ਇਹ ਲੋਕਾਂ ਨੂੰ ਨਹੀਂ ਦੱਸਣਾ ਚਾਹੁੰਦਾ ਵੀ ਤੁਹਾਨੂੰ ਨਹੀਂ ਆਉਂਦੀ, ਮੇਰਾ ਮਕਸਦ ਸਿਰਫ ਇਹ ਆ ਵੀ ਤੁਸੀਂ 35 ਅੱਖਰ ਸਿੱਖ ਲਓ। ਜਦੋਂ 35 ਅੱਖਰ ਸਿੱਖ ਲਏ ਤੇ ਪੰਜਾਬੀ ਬਚ ਗਈ। ਬਿਲਕੁਲ ਸਹੀ ਗਿਆ ਕਿ ਅਸੀਂ ਇਹ ਜ਼ਰੂਰ ਕਹਿੰਦੇ ਆ ਕਿ ਪੰਜਾਬੀ ਅਲੋਪ ਹੁੰਦੀ ਜਾ ਰਹੀ ਆ, ਜਾਂ ਕੋਈ ਪੰਜਾਬੀ ਮਾਂ ਬੋਲੀ ਜਿਹੜੀ ਆ ਉਹ ਨਹੀਂ ਬੋਲ ਰਿਹਾ, ਜਾਂ ਅਸੀਂ ਦੂਸਰੀਆਂ ਭਾਸ਼ਾਵਾਂ ਜਿਹੜੀਆਂ ਉਹਨਾਂ ਵੱਲ ਜ਼ਿਆਦਾ ਜਿਹੜੇ ਉਹ ਉਹਨਾਂ ਨੂੰ ਬੋਲ ਰਹੇ ਆ। ਪਰ ਕਿਤੇ ਨਾ ਕਿਤੇ ਸਾਡਾ ਫਰਜ਼ ਵੀ ਆ ਕਿ ਆਪਾਂ ਜਿਹੜੀ ਅੱਜ ਵਾਲੀ ਜਿਹੜੀ ਸਾਡੀ ਜਨਰੇਸ਼ਨ ਆ ਉਹਨੂੰ ਸਿਖਾਈਏ ਵੀ, ਕਿਉਂਕਿ ਸਾਡੇ ਕੋਲ ਇਹ ਸਮਾਂ ਨਹੀਂ ਹੈਗਾ ਕਿ ਅਸੀਂ ਜਿਹੜੀ ਜਨਰੇਸ਼ਨ ਆ ਉਹਨਾਂ ਲਈ ਟਾਈਮ ਜਿਹੜਾ ਉਹ ਕੱਢ ਸਕੀਏ। ਸੋ ਕਿਤੇ ਨਾ ਕਿਤੇ ਮੈਨੂੰ ਲੱਗਦਾ ਕਿ ਜ਼ਿੰਮੇਵਾਰੀ ਸਾਡੀ ਵੀ ਬਣਦੀ ਹੈ। ਧੰਨਵਾਦ ਸਰ। ਮਿਹਰਬਾਨੀ।